गुरदास मान के हक दे विच दित्ते रहे ने सोनिया मान। हिंदी बोलने कोई बुरी गल नहीं। सोनिया मान का कहना है कि हिंदी बोलने कोई बुरी गल नहीं। विरोध करने वाले अपने अंदर झाकण। गुरदास मान नूं गाल कड्ढण दे लई मजबूर किया गया। सोनिया मान दे वल्लों कहा गया कि गुरदास मान नूं गाल कड्ढण दे लई मजबूर किया गया। मूसेवाला दे नाल भी अजिहा ही किया गया। डेरा मुराद शाह नूं लैके सोनिया मान बोले ने। सोनिया मान का कहना है कि गुरु ग्रंथ साहिब अगे मत्था टेकण वाले खुद शराब पींदे ने। मैं गुरु साहिब बारे कदे गलत नहीं बोल सकती। सोनिया मान दे वल्लों ਵੱਡਾ ਬਿਆਨ ਦਿੱਤਾ ਗਿਆ। ਦਿਖਾਵੇ ਦੇ ਲਈ ਅੰਮ੍ਰਿਤਪਾਨ ਨਹੀਂ ਕਰ ਸਕਦੀ ਸੀ, ਪਰ ਮੈਨੂੰ ਲੱਗਦਾ ਮੇਰੇ ਅੰਦਰ ਕਈ ਕਮੀਆਂ ਨੇ। ਸੋਨੀਆ ਮਾਨ ਗੁਰਦਾਸ ਮਾਨ ਦੇ ਹੱਕ ਦੇ ਵਿੱਚ ਨਿਤਰੇ ਨੇ। ਗੁਰਦਾਸ ਮਾਨ ਦੇ ਵੱਲੋਂ ਪਿਛਲੇ ਦਿਨੀ ਆਪਣਾ ਗੀਤ ਰਿਲੀਜ਼ ਕੀਤਾ ਗਿਆ। ਉਹਨਾਂ ਦੇ ਵੱਲੋਂ ਵੀ ਸਿੱਧੇ ਤੌਰ ਤੇ ਜਿਹੜੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀਗਾ, ਗੀਤ ਦੇ ਜ਼ਰੀਏ ਗੁਰਦਾਸ ਮਾਨ ਨੇ ਉਹਨਾਂ ਨੂੰ ਜਵਾਬ ਦਿੱਤਾ ਤੇ ਹੁਣ ਸੋਨੀਆ ਮਾਨ ਗੁਰਦਾਸ ਮਾਨ ਦੇ ਹੱਕ ਦੇ ਵਿੱਚ ਨਿਤਰੇ ਨੇ। बीते दिन ही गुरदास मान वालों एक गीत रिलीज किया गया और गीत दे विच वो कहानी सी जिस दौरान गुरदास मान नूं अपनी गायकी अपने ਸਰੋਤਿਆਂ ਅਤੇ अपने स्टेज शो तो काफ़ी जो ਅਸੀਂ कह सकते हैं महीने या साल दूर रहना पिया। ਤਾਂ उस गीत के रिलीज़ होने तो बाद कई पंजाबी गायक उन्हां दे उस गीत की तारीफ करते नज़र आ रहे हैं, पर पंजाबी अदाकारा सोनिया मान खुल के गुरदास मान के हक दे विच डटे हुए ने, बोलते नज़र आ रहे हैं। इस वेले सोनिया मान साडे नाल ने। सोनिया जी, सब तो पहला ਤਾਂ ਇੱਕ ਉਹ ਪੰਜਾਬੀ ਗਾਇਕ ਜਿਨੇ ਕਈ ਦਹਾਕਿਆਂ ਤੋਂ ਪੰਜਾਬੀ ਦੇ ਲਈ ਗਾਣੇ ਗਾਏ ਹੋਣ, ਪੰਜਾਬੀ ਮਾਂ ਬੋਲੀ ਦਾ ਉਹ ਖੁਦ ਨੂੰ ਪੁੱਤ ਦੱਸਦਾ ਹੋਵੇ ਔਰ ਉਸ ਨੂੰ ਐਸਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਕਿ ਕਈ ਮਹੀਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਬਹਿਣਾ ਪੈ ਜਾਂਦਾ। ਸਭ ਤੋਂ ਪਹਿਲਾਂ ਤਾਂ ਉਸ ਪੂਰੇ ਵਿਵਾਦ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਔਰ ਅੱਜ ਤੁਸੀਂ ਗੁਰਦਾਸ ਮਾਨ ਦੀ ਸਪੋਰਟ ਦੇ ਵਿੱਚ ਹੋ ਔਰ ਕਿਉਂ ਸਪੋਰਟ ਦੇ ਵਿੱਚ ਹੋ? ਵੇਖੋ ਜੀ, ਮੈਂ ਇਸ ਕਰਕੇ ਉਹਨਾਂ ਦੀ ਸਪੋਰਟ ਵਿੱਚ ਹਾਂ ਕਿਉਂਕਿ ਗੁਰਦਾਸ ਮਾਨ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਮਹਾਂ ਬੋਲੀ ਦੀ ਗੱਲ ਕੀਤੀ ਹੈ। ਆਪਣੇ ਗਾਣਿਆਂ ਦੇ ਵਿੱਚ ਜ਼ਿਕਰ ਕੀਤਾ ਹੈ। ਦੇਸ਼ ਵਿਦੇਸ਼ਾਂ ਦੇ ਵਿੱਚ ਪੰਜਾਬੀ ਮਹਾਂ ਬੋਲੀ ਦੇ ਉੱਤੇ ਗੀਤ ਗਾਏ ਨੇ ਔਰ ਪ੍ਰਮੋਟ ਕੀਤਾ ਹੈ। ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਹੈ, ਪੰਜਾਬੀ ਪਹਿਰਾਵੇ ਨੂੰ ਪ੍ਰਮੋਟ ਕੀਤਾ ਹੈ। ਅਸੀਂ ਅੱਜ ਉਹਨਾਂ ਦਾ ਦੇਣ ਜਿਹੜਾ ਹੈ ਉਹ ਨਹੀਂ ਭੁੱਲ ਸਕਦੇ। ਅਸੀਂ ਨਾਸ਼ੁਕਰੇ ਨਹੀਂ ਹੋ ਸਕਦੇ। ਬਹੁਤ ਸਾਰੇ ਲੋਕੀ ਜਿਹੜੇ ਵਿਰੋਧ ਕਰਦੇ ਨੇ, ਮੈਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਹਾਂ, ਤੁਸੀਂ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਸੀਂ ਸਹੀ ਹੋ। ਤੁਸੀਂ ਕਿਸੇ ਦੇ ਉੱਤੇ ਵੀ ਪੁਆਇੰਟ ਉਂਗਲੀ ਚੱਕਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਦੇ ਉੱਤੇ 4 ਉਂਗਲੀਆਂ ਹੁੰਦੀਆਂ ਨੇ, ਉਹ ਵੇਖਣਾ ਚਾਹੀਦਾ ਵੀ ਤੁਸੀਂ ਕਿਹੋ ਜਿਹੇ ਇਨਸਾਨ ਹੋ ਔਰ ਤੁਸੀਂ ਕੀ ਕੀਤਾ ਅੱਜ ਤੱਕ, ਸਮਾਜ ਵਾਸਤੇ ਕੀ ਕੀਤਾ, ਪੰਜਾਬੀ ਮਹਾਂ ਬੋਲੀ ਵਾਸਤੇ ਕੀ ਕੀਤਾ। ਤੁਸੀਂ ਚੁੱਕ ਕੇ ਇੱਕ ਕਮੈਂਟ ਪਾ ਦਿੰਦੇ ਹੋ, ਬੋਲਣਾ ਸ਼ੁਰੂ ਕਰ ਦਿੰਦੇ ਹੋ ਔਰ ਉਹਨਾਂ ਦੀ ਗਲਤੀ ਕਿੱਥੇ ਹੈ? ਉਹਨਾਂ ਨੇ ਕੀ ਗਲਤ ਕਿਹਾ? ਉਹਨਾਂ ਨੇ ਹਿੰਦੀ ਨੂੰ ਮਾਸੀ ਕਿਹਾ। ਹਿੰਦੀ ਨੂੰ ਮਾਸੀ ਕਹਿਣ ਦੇ ਪਿੱਛੇ ਉਹਨਾਂ ਦਾ ਕੀ ਕਾਰਨ ਸੀਗਾ? ਆਪਾਂ ਨੂੰ ਇਹ ਵਿਸਥਾਰ ਰੂਪੀ ਸਮਝਣਾ ਚਾਹੀਦਾ ਵੀ ਯਾਨੀ ਕਿ ਕੁਝ ਵੀ ਬੋਲਣ ਤੋਂ ਪਹਿਲਾਂ ਉਹਦੀ ਘੋਖ ਪੜਤਾਲ ਜਿਹੜੀ ਕਰਨੀ ਚਾਹੀਦੀ ਆਫ ਕੋਰਸ ਕਰਨੀ ਚਾਹੀਦੀ ਆ। ਵੇਖੋ, ਮੇਰੀ ਗੱਲ ਸੁਣੋ, ਹਿੰਦੀ ਨੂੰ ਮਾਸੀ ਕਹਿਣ ਦਾ ਉਹਨਾਂ ਦਾ ਇਹੀ ਮਤਲਬ ਹੋ ਸਕਦਾ। ਅੱਜ ਹਰਿਆਣਾ ਸਾਡੇ ਨਾਲ ਲੱਗਦਾ ਹੈ ਪੰਜਾਬ ਦੇ। ਜਦੋਂ ਅਸੀਂ ਕਿਸਾਨ ਅੰਦੋਲਨ ਵੀ ਲੜਿਆ ਸੀਗਾ, ਹਰਿਆਣੇ ਦੇ ਵਿੱਚ ਸਾਰਿਆਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਸੀਗੀ। ਉੱਥੇ ਹਰਿਆਣਵੀ ਉਹਨਾਂ ਦੀ ਭਾਸ਼ਾ ਆ ਔਰ ਬਟ ਉਹ ਫਿਰ ਵੀ ਹਿੰਦੀ ਦੇ ਵਿੱਚ ਗੱਲ ਕਰਦੇ ਸੀਗੇ। ਸਾਡਾ ਇੱਕ ਮੀਡੀਅਮ ਕੀ ਸੀਗਾ ਹਰਿਆਣਾ ਪੰਜਾਬ ਦਾ? ਜਦੋਂ ਅਸੀਂ ਅੰਦੋਲਨ ਲੜਿਆ ਹਿੰਦੀ 'ਚ ਗੱਲ ਕਰਦੇ ਸੀਗੇ ਨਾ। ਅਸੀਂ ਬਹੁਤ ਸਾਰੇ ਇੱਥੋਂ ਦੇ ਪੰਜਾਬੀ ਲੋਕੀ ਵੀ ਦੇਖੇ ਹੈ, ਬਾਪੂ ਜੀ ਹੁਣੀ ਵੀ ਦੇਖੇ, ਹਿੰਦੀ 'ਚ ਗੱਲ ਕਰ ਰਹੇ ਸੀਗੇ ਗੱਲ ਸਮਝਾਉਣ ਵਾਸਤੇ। ਪਰ ਮੈਂ ਉਸੇ ਅੰਦੋਲਨ ਦੀ ਗੱਲ ਕਰਦਾ ਕਿ ਉਸ ਅੰਦੋਲਨ ਦੇ ਵਿੱਚ ਇੱਕ ਤੁਸੀਂ ਕਿਹਾ ਕਿ ਪੰਜਾਬ ਦਾ ਪੁੱਤ ਔਰ ਕਿਸਾਨਾਂ ਦੇ ਲਈ ਉਹ ਆਵਾਜ਼ ਬੁਲੰਦ ਕਰਨ ਗਏ ਤਾਂ ਉਹਨਾਂ ਨੂੰ ਸਟੇਜ ਤੇ ਬੋਲਣ ਤੱਕ ਨਹੀਂ ਦਿੱਤਾ ਗਿਆ, ਵਿਰੋਧ ਦਾ ਸਾਹਮਣਾ ਕਰਨਾ ਪਿਆ। ਵੇਖੋ ਜੀ, ਇਹ ਬਹੁਤ ਗਲਤ ਆ। ਇਹ ਗਲਤ ਵਤੀਰਾ ਹੈ ਔਰ ਬਹੁਤ, ਮੈਂ ਤੇ ਇਸ ਚੀਜ਼ ਦਾ ਕੱਟਰ ਵਿਰੋਧੀ ਹਾਂ। ਇਹ ਸਾਰੀਆਂ ਗੱਲਾਂ ਗਲਤ ਕੀਤੀਆਂ ਗਈਆਂ ਨੇ। ਲੋਕੀ ਜਿਹੜਾ ਆਪਣੇ ਆਪ ਨੂੰ ਰੱਬ ਸਮਝਣਾ ਸ਼ੁਰੂ ਕਰ ਦਿੰਦੇ ਨੇ, ਲੋਕੀ ਆਪਣੇ ਆਪ ਨੂੰ ਸਹੀ ਸਮਝਣਾ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਸਭ ਕੁਝ ਕੀਤਾ ਹੈ, ਅਸੀਂ ਸਭ ਕੁਝ ਹਾਂ। ਇਹ ਗਲਤ ਹੈ ਔਰ ਇਹ ਨਹੀਂ ਕਰਨਾ ਚਾਹੀਦਾ ਸੀਗਾ। ਉਦੋਂ ਵੀ ਅਸੀਂ ਇਸ ਗੱਲ ਦੇ ਇਹਦਾ ਚੀਜ਼ ਦਾ ਵਿਰੋਧ ਕਰਦੇ ਸੀਗੇ, ਅੱਜ ਵੀ ਅਸੀਂ ਕਰਦੇ ਹਾਂ। ਵੇਖੋ, ਪੰਜਾਬੀ ਮਹਾਂ ਬੋਲੀ ਦੀ ਮੈਂ ਬਹੁਤ ਰਿਸਪੈਕਟ ਕਰਦੀ ਹਾਂ। ਮੈਂ ਪੰਜਾਬੀ ਹਾਂ, ਮੈਂ ਪੰਜਾਬੀ ਬੋਲਦੀ ਹਾਂ, ਮੈਂ ਬੰਬੇ ਜਾ ਕੇ ਵੀ ਪੰਜਾਬੀ ਬੋਲਦੀ ਹਾਂ। ਸਾਨੂੰ ਕੋਈ ਸ਼ਰਮ ਨਹੀਂ। ਸਾਨੂੰ ਇੰਗਲਿਸ਼ ਆਉਂਦੀ ਹੋਵੇ ਨਾ ਆਉਂਦੀ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਬਟ ਗੱਲ ਇੱਥੇ ਆਉਂਦੀ ਹੈ ਵੀ ਜਿੱਥੇ ਤੁਹਾਨੂੰ ਬੋਲਣ ਦੀ ਲੋੜ ਪੈਂਦੀ ਹੈ, ਹਰਿਆਣੇ ਦੇ ਵਿੱਚ ਜੇ ਤੁਹਾਨੂੰ ਜਾ ਕੇ ਕਿਸੇ ਨੂੰ ਨਹੀਂ ਸਮਝ ਲੱਗਣ ਦੀ ਪੰਜਾਬੀ, ਤੁਸੀਂ ਹਿੰਦੀ ਦੇ ਵਿੱਚ ਗੱਲ ਕਰਦੇ ਹੋ ਕਿਉਂਕਿ ਤੁਹਾਨੂੰ ਹਰਿਆਣਵੀ ਨਹੀਂ ਆਉਂਦੀ। ਜੇ ਤੁਸੀਂ ਹੈਦਰਾਬਾਦ ਜਾਂਦੇ ਹੋ, ਤੁਹਾਨੂੰ ਤੇਲਗੂ ਬੋਲਣੀ ਨਹੀਂ ਆਉਂਦੀ, ਉੱਥੇ ਹਿੰਦੀ ਵੀ ਕਈ ਲੋਕਾਂ ਨੂੰ ਨਹੀਂ ਆਉਂਦੀ। ਦੇ ਸਪੀਕ ਇਨ ਇੰਗਲਿਸ਼, ਤੇ ਤੁਹਾਨੂੰ ਇੰਗਲਿਸ਼ ਨਹੀਂ ਆਊਗੀ ਤੇ ਕੀ ਕਰੋਗੇ ਤੁਸੀਂ? ਪਰ ਜਿਸ ਤਰੀਕੇ ਦੇ ਨਾਲ ਤੁਸੀਂ ਬੇਬਾਕੀ ਦੇ ਨਾਲ ਇਹ ਗੱਲਾਂ ਕਹਿ ਰਹੇ ਹੋ, ਗੁਰਦਾਸ ਮਾਨ ਦੇ ਹੱਕ ਦੇ ਵਿੱਚ ਖੁੱਲ ਕੇ ਡਟੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਕੱਲ ਨੂੰ ਤੁਹਾਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ? ਵੇਖੋ, ਮੇਰੀ ਗੱਲ ਸੁਣੋ, ਮੈਨੂੰ ਵਿਰੋਧ ਦਾ ਸਾਹਮਣਾ ਹਰ ਦਿਨ ਕਰਨਾ ਪੈਂਦਾ ਆ। ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਇਹਨਾਂ ਲੋਕਾਂ ਤੋਂ ਕੋਈ ਇਹ ਨਹੀਂ ਹੈਗਾ ਵੀ ਮੇਰਾ ਕਿੰਨੇ ਵਿਰੋਧ ਕਰਨਾ। ਮੈਨੂੰ ਆਪਣੇ ਆਪ ਦੇ ਅੰਦਰ ਸੰਤੁਸ਼ਟੀ ਹੋਣੀ ਚਾਹੀਦੀ ਹੈ ਕਿ ਮੈਂ ਸਹੀ ਕਹਿ ਰਹੀ ਹਾਂ ਕਿ ਗਲਤ ਕਹਿ ਰਹੀ ਹਾਂ। ਰਾਈਟ? ਮੇਰਾ ਆਪਣਾ ਜ਼ਮੀਰ ਜਾਗਦਾ ਆ।
ਰਾਈਟ। ਮੈਨੂੰ ਆਪਣੇ ਆਪ ਨੂੰ ਜੋ ਸਹੀ ਲੱਗਦਾ ਗਲਤ ਲੱਗਦਾ ਮੈਂ ਉਸ ਚੀਜ਼ ਦਾ ਸਾਥ ਦਊਂਗੀ। ਮੇਰਾ ਸਟੈਂਡ ਇਹੀ ਹੈ, ਸਹੀ ਨੂੰ ਸਹੀ ਕਹਿਣਾ, ਗਲਤ ਨੂੰ ਗਲਤ ਤੁਹਾਨੂੰ ਨਹੀਂ ਕਹਿਣਾ। ਲੱਗਦਾ ਕਿ ਇਹ ਗੱਲਾਂ ਉਦੋਂ ਕਰਨ ਦੀ ਲੋੜ ਸੀ ਜਦੋਂ ਗੁਰਦਾਸ ਮਾਨ ਖੁਦ ਨੂੰ ਇਕੱਲਾ ਮਹਿਸੂਸ ਕਰ ਰਹੇ ਸੀ? ਵੇਖੋ ਮੈਂ ਉਦੋਂ ਵੀ ਕੀਤੀਆਂ ਸੀਗੀਆਂ, ਮੈਂ ਤੇ ਹਮੇਸ਼ਾ ਕੀਤੀਆਂ। ਅੱਜ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਤੇ ਤਦ ਮੈਂ ਇਹ ਗੱਲ ਕਰ ਰਹੀ ਹਾਂ। ਮੈਂ ਤੇ ਉਦੋਂ ਵੀ ਕੀਤੀਆਂ ਸੀਗੀਆਂ। ਮੈਂ ਤੇ ਹਮੇਸ਼ਾ ਜਿਹੜਾ ਬੰਦਾ ਸਹੀ ਹੁੰਦਾ ਮੈਂ ਉਹਦੀ ਸਾਥ ਦਿੱਤਾ ਹੈ, ਜਿਹੜਾ ਬੰਦਾ ਗਲਤ ਹੁੰਦਾ ਅਸੀਂ ਉਹਦੇ ਮੂੰਹ ਦੇ ਉੱਤੇ ਕਹਿ ਦਈਦਾ ਹੈ। ਗੁਰਦਾਸ ਮਾਨ ਦਾ ਜਿਹੜਾ ਗੀਤ ਉਸ ਦੇ ਵਿੱਚ ਇੱਕ ਲਾਈਨ ਹੈ ਕਿ ਉਸ ਔਖੇ ਸਮੇਂ ਤੇ ਪਰਖੇ ਗਏ ਕਿ ਯਾਰ ਕੌਣ ਸੀ, ਨਾਲ ਕੌਣ ਸੀ। ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਉਹਨਾਂ ਨੂੰ ਇੱਕ ਸਪੋਰਟ ਦੀ ਲੋੜ ਸੀ? ਬਹੁਤ ਸਾਰੇ ਜਿਹੜੇ ਸਿੰਗਰ ਨੇ ਉਹਨਾਂ ਤੋਂ ਕਾਫੀ ਛੋਟੇ ਵੀ ਨੇ, ਔਰ ਗੁਰਦਾਸ ਮਾਨ ਨੇ ਕਾਫੀ ਲੰਮਾ ਸਮਾਂ ਪੰਜਾਬੀ ਦੀ ਸੇਵਾ ਕੀਤੀ। ਉਸ ਵੇਲੇ ਜਿਹੜੇ ਲੋਕ ਉਹਨਾਂ ਦੇ ਨਾਲ ਨਹੀਂ ਖੜੇ, ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਦੀ ਜ਼ਮੀਰ ਨਹੀਂ ਜਾਗਦੀ ਹੋਊਗੀ। ਹਰ ਕੋਈ ਸੈਲਫਿਸ਼ ਆ ਅੱਜ ਕੱਲ੍ਹ ਦੇ। ਹੁਣ ਕੱਲੇ ਗੁਰਦਾਸ ਮਾਨ ਬਾਈ ਦੀ ਨਾ ਗੱਲ ਕਰੀਏ, ਆਪਾਂ ਸਿੱਧੂ ਮੂਸੇਵਾਲਾ ਜੀ ਦੀ ਗੱਲ ਕਰ ਲਈਏ। ਜਿੱਦਣ ਉਹਨਾਂ ਦਾ ਅੰਤਿਮ ਸੰਸਕਾਰ ਸੀਗਾ, ਘਰ ਆ ਕੇ ਮੈਂ ਰੋ ਕੇ ਵੀਡੀਓ ਪਾਈ ਸੀਗੀ ਕਿ ਸਿਰਫ ਰੈਸਟ ਇਨ ਪੀਸ ਲਿਖਣ ਦੇ ਨਾਲ ਕੁਝ ਨਹੀਂ ਹੋਣਾ, ਜਸਟਿਸ ਦੀ ਡਿਮਾਂਡ ਕਰਨੀ ਚਾਹੀਦੀ ਹੈ। ਬਹੁਤ ਘੱਟ ਲੋਕੀ ਆਉਂਦੇ ਆ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਲੱਗਦਾ ਵੀ ਸਾਨੂੰ ਧਮਕੀਆਂ ਨਾ ਆਉਣ, ਬਹੁਤ ਕੁਝ ਹੋਵੇ। ਸੋ ਹਰ ਕੋਈ ਆਪਣਾ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਥੇ ਹਰ ਕੋਈ ਆਪੋ ਆਪਣਾ ਸੋਚਦਾ ਆ, ਆਪਣਾ ਬਿਜ਼ਨਸ, ਆਪਣਾ ਕੰਮ, ਆਪਣਾ ਪੈਸਾ, ਆਪਣੀਆਂ ਚੀਜ਼ਾਂ। ਕੋਈ ਕਿਸੇ ਵਾਸਤੇ ਸਟੈਂਡ ਨਹੀਂ ਲੈਂਦਾ। ਸੋ ਇਸ ਕਰਕੇ ਨਾ ਹੀ ਕੋਈ ਕਿਸੇ ਬਾਰੇ ਬੋਲਣਾ ਪਸੰਦ ਕਰਦਾ ਹੈ। ਸੋ ਬੇਸਿਕਲੀ ਮੈਨੂੰ ਇਹ ਲੱਗਦਾ ਵੀ ਇੰਨੀ ਤੇ ਇਨਸਾਨੀਅਤ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਸੇ ਨੂੰ ਸਹੀ ਕਹਿ ਸਕੋ, ਗਲਤ ਨੂੰ ਗਲਤ ਕਹਿ ਸਕੋ। ਗੁਰਦਾਸ ਮਾਨ ਦਾ ਵਿਰੋਧ ਇਸ ਲਈ ਵੀ ਜ਼ਿਆਦਾ ਹੋਇਆ ਸੀ ਕਿ ਜਦੋਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਇੱਕ ਰੇਡੀਓ ਇੰਟਰਵਿਊ ਦੇ ਵਿੱਚ, ਉਸ ਤੋਂ ਬਾਅਦ ਸਟੇਜ ਦੇ ਸ਼ੋਅ ਦੇ ਦੌਰਾਨ ਉਹਨਾਂ ਦਾ ਜਦੋਂ ਵਿਰੋਧ ਕੀਤਾ ਗਿਆ, ਉਹਨਾਂ ਨੂੰ ਤਖਤੀਆਂ ਦਿਖਾਈਆਂ ਗਈਆਂ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਗਾਲ ਨਿਕਲੀ ਪੰਜਾਬੀ ਦੇ ਵਿੱਚ। ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਵੱਡਾ ਬਖੇੜਾ ਖੜਾ ਕੀਤਾ ਗਿਆ। ਮੈਨੂੰ ਇੱਕ ਗੱਲ ਦੱਸੋ, ਰੱਬ ਥੋੜਾ ਨਾ ਆਏ ਆ ਕਿ ਉਹਨਾਂ ਤੋਂ ਕੁਝ ਗਾਲ ਨਹੀਂ ਕੱਢੀ ਜਾ ਸਕਦੀ। ਮੈਂ ਮੰਨਦੀ ਗਾਲਾਂ ਕੱਢਣੀਆਂ ਬੁਰੀ ਗੱਲ ਹੈ, ਜਾਂ ਉਹਨਾਂ ਤੋਂ ਗਲਤੀ ਹੋ ਗਈ ਉੱਥੇ ਕੱਢੀ ਗਈ, ਬਟ ਮੇਰੀ ਇਹ ਗੱਲ ਦੱਸੋ ਵੀ ਇੱਥੇ ਕਿਹਨੂੰ ਗੁੱਸਾ ਨਹੀਂ ਚੜਦਾ? ਉਹਨਾਂ ਨੇ ਵੀਡੀਓ ਦੇ ਵਿੱਚ ਇਹ ਵੀ ਦਿਖਾਇਆ ਵੀ ਤੁਸੀਂ ਕਿਸੇ ਨੂੰ ਪ੍ਰਵੋਕ ਕਰੋਗੇ, ਗੁੱਸਾ ਚੜੂਗਾ ਤੇ ਤੁਸੀਂ ਆਪਾ ਖੋ ਕੇ ਕੁਝ ਵੀ ਬੋਲੋਗੇ ਨਾ, ਪ੍ਰਵੋਕ ਕਰੋਗੇ ਕਿਸੇ ਨੂੰ ਤੇ ਕਰੋਗੇ ਨਾ ਤੁਸੀਂ। ਇਹ ਲੋਕੀ ਖਜਾਈ ਇੰਨਾ ਦਿੰਦੇ ਆ, ਐਂਡ ਆਫ ਦ ਡੇ ਲੋਕਾਂ ਨੂੰ ਇਹ ਲੱਗਣਾ ਸ਼ੁਰੂ ਹੋ ਜਾਂਦਾ। ਅੱਜ ਦੱਸੋ ਸਿੱਧੂ ਮੂਸੇਵਾਲਾ ਸੀਗਾ, ਠੀਕ ਹੈ, ਉਹਨੂੰ ਕੀ ਲੋੜ ਪਈ ਸੀਗੀ ਪੋਲਿਟਿਕਸ ਦੇ ਵਿੱਚ ਆਉਣ ਦੀ? ਲੋਕਾਂ ਵਾਸਤੇ ਪੋਲਿਟਿਕਸ 'ਚ ਆਇਆ, ਉਹਨੂੰ ਕਿਸੇ ਚੀਜ਼ ਦੀ ਕਮੀ ਸੀਗੀ? ਨਾ ਉਹਨੂੰ ਪੈਸੇ ਦੀ ਕਮੀ ਸੀਗੀ, ਨਾ ਜਾਇਦਾਦ ਦੀ ਕਮੀ ਸੀਗੀ, ਨਾ ਉਹਦਾ ਪ੍ਰੋਫੈਸ਼ਨ ਇੰਨਾ ਵਧੀਆ ਉੱਤੇ ਜਾ ਰਿਹਾ ਸੀਗਾ। ਲੋਕਾਂ ਦੀ ਆਵਾਜ਼ ਚੁੱਕਦਾ ਸੀਗਾ, ਗਾਣੇ ਦੇ ਵਿੱਚ ਬੋਲਦਾ ਸੀਗਾ। ਉਦੋਂ ਇਹੀ ਸਾਰੇ ਜਾਣੇ ਸੀਗੇ ਜਿਹੜੇ ਉਹਨੂੰ ਗਾਲਾਂ ਦੀਆਂ ਝੜੀਆਂ ਲਾਉਂਦੇ ਸੀਗੇ। ਇਹਨਾਂ ਨੂੰ ਉਹ ਲੋਕੀ ਪਸੰਦ ਆਉਂਦੇ ਨੇ, ਉਹ ਸਾਰੇ ਬਜ਼ੁਰਗ ਪਸੰਦ ਆਉਂਦੇ ਨੇ ਜਿਹੜੇ ਰੇਤ ਮਾਫੀਆ ਕਰਦੇ ਨੇ, ਜਿਹੜੇ ਪੁਰਾਣੇ ਬੋਰਡ ਬੈਠੇ ਨੇ, ਜਿਹੜੇ ਲੁੱਟ ਕੇ ਖਾ ਗਏ ਪੰਜਾਬ ਨੂੰ, ਜਿਨ੍ਹਾਂ ਨੇ IT ਸੈੱਲ ਰੱਖੇ ਨੇ। ਅੱਜ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਪੋਲੀਟੀਕਲ ਪਾਰਟੀ ਨੇ ਅੱਜ IT ਸੈੱਲ ਰੱਖਿਆ ਹੋਇਆ ਗਾਲਾਂ ਕੱਢਣ ਵਾਸਤੇ। ਤੁਹਾਨੂੰ ਲੱਗਦਾ ਕਿ ਇਸ ਇੰਟਰਵਿਊ ਤੋਂ ਬਾਅਦ ਉਹ IT ਸੈੱਲ ਜਿਹੜੇ ਨੇ ਆਪਣਾ ਕੰਮ ਕਰਨਗੇ? ਤੁਹਾਨੂੰ ਵੀ ਕਮੈਂਟ ਬਾਕਸ ਦੇ ਵਿੱਚ ਬਹੁਤ ਸਾਰੀਆਂ ਗਾਲਾਂ ਪੈਣ? ਮੈਨੂੰ ਤੇ ਆਦਤ ਪੈ ਚੁੱਕੀ ਹੈ, ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ। ਤੁਹਾਨੂੰ ਲੱਗਦਾ ਵੀ ਮੈਨੂੰ ਜੇ ਇਸ ਗੱਲ ਦੀ ਪਰਵਾਹ ਹੋਊਗੀ ਤੇ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਹੀ ਹੁੰਦੀ? ਮੈਨੂੰ ਇਹ ਗੱਲਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ। ਜਿੰਨੇ ਜੋ ਬੋਲਣਾ ਹੈ ਮੇਰੇ ਬਾਰੇ ਬੋਲੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਉਸ ਅਕਾਲ ਪੁਰਖ ਨੂੰ ਜਾਣ ਦੇਣੀ ਆ, ਮੈਨੂੰ ਉਹਨੂੰ ਜਵਾਬਦਾਰੀ ਹੈ ਮੇਰੀ, ਠੀਕ ਹੈ। ਮੈਨੂੰ ਹੋਰ ਕਿਸੇ ਗੁਰਦਾਸ ਮਾਨ ਸਾਹਿਬ ਦੀ ਗੱਲ ਹੈ ਤਾਂ ਉੱਥੇ ਜਿੱਥੇ ਪੰਜਾਬੀ ਮਾਂ ਬੋਲੀ ਜਾਂ ਮਾਸੀ ਵਾਲੇ ਕਮੈਂਟ ਤੋਂ ਬਾਅਦ ਜਿਹੜਾ ਬਿਆਨ ਸੀ ਉਸ ਤੋਂ ਬਾਅਦ ਵਿਰੋਧ ਹੋਇਆ, ਫਿਰ ਉਹਨਾਂ ਨੇ ਜਿਹੜੀ ਗਾਲ ਕੱਢੀ ਉਸ ਤੋਂ ਬਾਅਦ ਵਿਰੋਧ ਹੋਇਆ। ਤੀਸਰੀ ਗੱਲ ਇਹ ਸੀ ਕਿ ਉਹ ਇੱਕ ਡੇਰੇ ਦੇ ਨਾਲ ਜੁੜੇ ਹੋਏ ਨੇ, ਸਾਈਂ ਜਿਹੜਾ ਮੁਰਾਦ ਸ਼ਾਹ ਡੇਰਾ, ਉਹਨਾਂ ਦੇ ਨਾਲ ਜੁੜੇ ਹੋਏ ਕਿ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਏ ਔਰ ਇਸ ਤਰ੍ਹਾਂ ਦਾ ਪਖੰਡਵਾਦ ਜਿਹੜਾ ਉਹਨੂੰ ਪ੍ਰਮੋਟ ਕਰ ਰਹੇ ਨੇ। ਵੇਖੋ ਕਿੰਨੇ ਕਿਹਾ ਹੈ ਵੀ ਸਿੱਖ ਪਰਿਵਾਰ ਜਿਹੜਾ ਹੈ ਕਿ ਉਹ ਜਾ ਕੇ ਮੰਦਿਰ 'ਚ ਮੱਥਾ ਨਹੀਂ ਟੇਕ ਸਕਦਾ ਹੈ ਜਾਂ ਕਿਤੇ ਲਿਖਿਆ? ਮੈਨੂੰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਮਾਨਿਓ ਗ੍ਰੰਥ, ਇਹ ਜ਼ਰੂਰ ਲਾਈਨ ਹੈ, ਗੁਰੂ ਮਾਨਿਓ ਗ੍ਰੰਥ ਦੇ ਅੰਦਰ ਜੋ ਲਿਖਿਆ ਹੈ, ਜੋ ਸਭ ਕੁਝ ਲਿਖਿਆ ਗੁਰਬਾਣੀ 'ਚ, ਤੁਸੀਂ ਮੰਨਦੇ ਹੋ ਸਾਰੇ ਜਾਣੇ? ਜਿੰਨੇ ਵੀ ਸਿੱਖ ਨੇ, ਕੋਈ ਮੰਨਦਾ ਹੈ ਉਸ ਗੱਲ ਨੂੰ? ਪਾਠ ਰਖਵਾ ਲੈਂਦੇ ਹੋ ਘਰ ਦੇ ਵਿੱਚ, ਪਿਕਨਿਕ ਬਣਾਉਂਦੇ ਹੋ, ਸਨੈਪਚੈਟਾਂ ਬਣਾਉਂਦੇ ਹੋ, ਪਾਠ ਵਾਲੇ ਕਮਰੇ 'ਚ ਕੋਈ ਬੈਠਾ ਨਹੀਂ ਹੁੰਦਾ, ਚੁਗਲੀਆਂ ਸਾਰੇ ਜਾਣਦੀਆਂ ਤੁਸੀਂ ਸਾਰੇ ਜਾਣੇ ਮਿਲ ਕੇ ਕਰ ਰਹੇ ਹੁੰਦੇ ਹੋ, ਰਾਈਟ? ਮੇਰੀ ਗੱਲ ਸੁਣੋ, ਗੱਲਾਂ ਤੇ ਕਹਿਣ ਨੂੰ ਬਹੁਤ ਸਾਰੀਆਂ ਗੱਲਾਂ ਨੇ, ਠੀਕ ਆ, ਮੈਂ ਕਹਿਣਾ ਨਹੀਂ ਚਾਹੁੰਦੀ, ਰਾਈਟ? ਜਾਂ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਦੇ ਉੱਤੇ ਅਮਲ ਕਰੋ, ਤੁਸੀਂ ਤੇ ਕਰਦੇ ਨਹੀਂ ਉਸ ਗੱਲ ਦੇ ਉੱਤੇ। ਜੇ ਤੁਸੀਂ ਸੱਚੇ ਸਿੰਘ ਹੋ ਤੇ ਫਿਰ ਤੇ ਤੁਹਾਡੇ ਵਿੱਚ ਕਾਮ, ਕ੍ਰੋਧ, ਮੋਹ, ਮਾਇਆ, ਗਾਲਾਂ, ਗੰਦੀ ਸ਼ਬਦਾਵਲੀ ਇਹ ਹੋਣੀ ਨਹੀਂ ਚਾਹੀਦੀ ਕਿਤੇ ਵੀ। ਇਹ ਸਭ ਕੁਝ ਤੇ ਹੋਣਾ ਹੀ ਨਹੀਂ ਚਾਹੀਦਾ। ਬਹੁਤ ਸਾਰੀਆਂ ਆ ਗੱਲਾਂ ਕਰਨ ਵਾਸਤੇ ਉਵੇਂ ਤੇ। ਗੁਰੂ ਤੇਗ ਬਹਾਦਰ, ਮੈਂ ਕਿਸੇ ਨਾਲ ਕੰਪੇਅਰ ਨਹੀਂ ਕਰ ਰਹੀ, ਸਭ ਤੋਂ ਪਹਿਲਾਂ ਮੈਂ ਕਲੀਅਰ ਕਰਦਾ, ਕਿਉਂਕਿ ਤੁਹਾਡੇ ਵਰਗੇ ਲੋਕਾਂ ਨੂੰ ਬਖੇੜਾ ਬਣਾਉਣ ਦੀ ਬਹੁਤ ਆਦਤ ਹੁੰਦੀ ਆ। ਮੇਰੇ ਰਿਸਪੈਕਟਫੁਲ ਗੁਰੂ, ਤੁਸੀਂ ਗੁਰੂਆਂ ਨੂੰ ਮੰਨਦੇ ਹੋ ਤੇ ਗੁਰੂਆਂ ਦੀਆਂ ਨਕਸ਼ੇ ਕਦਮਾਂ ਦੇ ਉੱਤੇ ਵੀ ਤੇ ਚੱਲੋ ਨਾ। ਗੁਰਬਾਣੀ ਦੇ ਵਿੱਚ ਉਹ ਕਹਿੰਦੇ ਜੀ ਪਖੰਡਵਾਦ ਜਿਹੜਾ ਉਹਦਾ ਕਿਤੇ ਵੀ ਜ਼ਿਕਰ ਨਹੀਂ। ਸਾਈਂ ਜੀ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਕੋਲ ਆਓ, ਉਹਨਾਂ ਨੇ ਕਿਹਾ ਕਿ ਮੇਰੇ ਕੋਲ ਆਓ, ਉਹਨਾਂ ਨੇ ਸੱਦਿਆ ਕਿਸੇ ਨੂੰ,
ਆਪ ਜਾਂਦੇ ਹੋ ਮੱਥਾ ਟੇਕਣ ਵਾਸਤੇ, ਉਹ ਤੇ ਗਾਲਾਂ ਕੱਢ ਕੇ ਭਜਾ ਦਿੰਦੇ ਹੁੰਦੇ ਸੀਗੇ। ਕਿਉਂ ਜਾਂਦੇ ਆ ਫਿਰ ਸਾਰੇ ਜਾਣੇ? ਉਹਨਾਂ ਨੇ ਤਾਂ ਨਹੀਂ ਕਿਹਾ ਮੇਰੇ ਕੋਲ ਕੋਈ ਆਵੇ, ਇਹ ਕਿਉਂ ਜਾਂਦੇ ਨੇ? ਨਾ ਜਾਣ। ਉਹ ਕਹਿੰਦੇ ਜਿਸ ਡੇਰੇ ਦੇ ਉਹ ਮੁਖੀ ਨੇ, ਉਸ ਡੇਰੇ ਦੇ ਵਿੱਚ ਸਿਗਰਟਾਂ, ਸ਼ਰਾਬ, ਕਈ ਚੀਜ਼ਾਂ। ਮੇਰੀ ਗੱਲ ਸੁਣੋ, ਵੇਖੋ ਠੀਕ ਹੈ, ਇੱਥੇ ਮੈਨੂੰ ਇੱਕ ਗੱਲ ਦੱਸੋ, ਪੂਰੇ ਪੰਜਾਬ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਸ਼ਾਮੀ ਆ ਕੇ ਘਰ ਆ ਕੇ ਪੈਗ ਨਹੀਂ ਪੀਂਦੇ, ਸ਼ਰਾਬ ਨਹੀਂ ਪੀਂਦੇ, ਜਾਂ ਤੇ ਨਾ ਪੀਂਦੇ ਹੋਣ। ਇਸ ਕਰਕੇ ਨਾ ਮੇਰੇ ਤੋਂ ਤੇ ਇਹਨਾਂ ਦਾ ਝੱਗਾ ਜਿੰਨਾ ਹੈ ਨਾ ਢੱਕਿਆ ਹੀ ਰਹਿਣ ਦਿਓ ਤੇ ਉਨਾ ਹੀ ਠੀਕ ਹੈ। ਬਸ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਆ, ਹਰ ਇੱਕ ਬੰਦੇ ਨੂੰ ਰਿਲੀਜਨ ਫਰੀडम ਆ, ਠੀਕ ਹੈ। ਪੰਜਾਬ ਦੇ ਵਿੱਚ ਇਕੱਲੇ ਸਿੱਖ ਨਹੀਂ ਰਹਿੰਦੇ, ਇਕੱਲੇ ਹਿੰਦੂ ਨਹੀਂ ਰਹਿੰਦੇ, ਇਕੱਲੇ ਕ੍ਰਿਸਚਨ ਨਹੀਂ ਰਹਿੰਦੇ, ਇਕੱਲੇ ਮੁਸਲਮਾਨ ਨਹੀਂ ਰਹਿੰਦੇ। ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਿਖਾਇਆ ਗਿਆ ਆ, ਅਸੀਂ ਆਪਣੇ ਮੂੰਹ ਦੇ ਵਿੱਚੋਂ ਗੰਦੀ ਸ਼ਬਦਾਵਲੀ ਕਿਸੇ ਵੀ ਧਰਮ ਵਾਸਤੇ ਨਾ ਕੱਢੀਏ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਬੀਰ ਦੀ ਵੀ ਬਾਣੀ ਹੈ, ਰਵਿਦਾਸ ਜੀ ਦੀ ਵੀ ਬਾਣੀ ਹੈ, ਸਾਰਿਆਂ ਦੀ ਹੈ। ਸਾਡੇ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਪੀਰ ਵੀ ਮੰਨਦੇ ਨੇ, ਅਸੀਂ ਗੁਰੂ ਮੰਨਦੇ ਹਾਂ। ਅਸੀਂ, ਸਾਡਾ ਫਰਜ਼ ਬਣਦਾ ਅਸੀਂ ਸਾਰਿਆਂ ਦੀ ਰਿਸਪੈਕਟ ਕਰੀਏ, ਸਾਰਿਆਂ ਦੀ ਇੱਜ਼ਤ ਕਰੀਏ। ਬਸ ਮੈਨੂੰ ਇਹ ਲੱਗਦਾ ਆ। ਆਪਾਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਦਿੱਤਾ ਕਸ਼ਮੀਰੀ ਪੰਡਤਾਂ ਵਾਸਤੇ, ਉਹ ਵੀ ਮੰਨਦੇ ਵੀ ਉਹ ਦੂਜੇ ਧਰਮ ਦੇ, ਮੈਂ ਕਿਉਂ ਦੇਵਾਂ? ਵੇਖੋ, ਜੇ ਤੁਸੀਂ ਗੁਰੂਆਂ ਦੀ ਬਾਣੀ ਨੂੰ ਮੰਨਣਾ ਆ, ਗੁਰੂ ਸਾਹਿਬ ਨੂੰ ਮੰਨਣਾ, ਹਲੀਮੀ ਸਿੱਖੋ, ਜਾਤ ਪਾਤ ਤੋਂ ਉੱਤੇ ਉੱਠੋ। ਗੁਰੂ ਸਾਹਿਬ ਨੇ ਤੇ ਕਦੀ ਨਹੀਂ ਕਿਹਾ ਕਿ ਪਿੰਡਾਂ ਦੇ ਵਿੱਚ ਇੰਨੇ ਗੁਰਦੁਆਰੇ ਹੋਣੇ ਚਾਹੀਦੇ ਆ, ਇੰਨੇ ਗੁਰਦੁਆਰੇ ਮਜਬੀ ਸਿੰਘਾਂ ਦਾ ਅੱਡ ਗੁਰਦੁਆਰਾ ਬਣਾਇਆ ਹੋਇਆ ਆ। ਤੁਸੀਂ ਗੁਰਦੁਆਰੇ ਦੀ ਗੱਲ ਕਰ ਰਹੇ ਹੋ, ਪਿੰਡਾਂ ਦੇ ਵਿੱਚ ਤਾਂ ਸ਼ਮਸ਼ਾਨ ਘਾਟ ਵੀ ਵੱਖਰੇ ਵੱਖਰੇ। ਗਲਤ ਹੈ, ਗਲਤ ਹੈ, ਮੈਂ ਤੇ ਮੰਨਦੀ ਹਾਂ ਗਲਤ ਹੈ, ਸਭ ਕੁਝ ਗਲਤ ਹੈ। ਗੁਰੂ ਗ੍ਰੰਥ ਸਾਹਿਬ ਇਹ ਸਿਖਾਉਂਦੀ ਨਹੀਂ, ਊਚ ਨੀਚ ਤੇ ਸਿਖਾਉਂਦੀ ਨਹੀਂ ਉਹ ਬਿਲਕੁਲ ਵੀ। ਗੁਰੂ ਗ੍ਰੰਥ ਸਾਹਿਬ ਬਰਾਬਰਤਾ ਸਿਖਾਉਂਦੀ ਹੈ ਵੀ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ, ਉੱਥੇ ਸਾਰਿਆਂ ਨੂੰ ਮੱਥਾ ਟੇਕਣਾ ਚਾਹੀਦਾ। ਸਾਂਝ ਦਰਬਾਰ ਸਾਹਿਬ ਦੇ ਵਿੱਚ ਵੀ 4 ਦਰਵਾਜ਼ੇ ਨੇ, ਚਾਰੇ ਧਰਮਾਂ ਦਾ ਸੇਮ ਇੱਕੋ ਜਿਹਾ ਸਤਿਕਾਰ ਹੈ, ਇੱਕੋ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕ ਸਕਦੇ। ਪਰ ਤੁਹਾਨੂੰ ਨਹੀਂ ਲੱਗਦਾ ਕਿ ਕੱਟੜਤਾ ਜਿਹੜੀ ਹੈ ਉਹ ਕਿਸੇ ਵੀ ਧਰਮ ਦੇ ਵਿੱਚ ਮਾੜੀ ਹੈ? ਮਾੜੀ ਹੈ, ਬਿਲਕੁਲ ਮਾੜੀ ਹੈ। ਆਰਐਸਐਸ ਮਾੜਾ ਹੈ, ਜਿਹੜੀ ਕੱਟੜਤਾ ਤਰੀਕੇ ਦੇ ਨਾਲ ਉਹ ਬਿਹੇਵ ਕਰਦੇ ਨੇ, ਉਹ ਮਾੜੀ ਗੱਲ ਹੈ। ਵੇਖੋ, ਜਿੱਥੇ ਗੱਲ ਆਉਂਦੀ ਹੈ, ਜਿੱਥੇ ਇਹ ਕਹਿੰਦੇ ਹਿੰਦੂ ਰਾਸ਼ਟਰ, ਮੈਂ ਉਸ ਚੀਜ਼ ਦਾ ਕੱਟੜ ਵਿਰੋਧੀ ਹਾਂ ਉਸ ਚੀਜ਼ ਦੀ, ਕਿਉਂਕਿ ਇਹ ਜਿਹੜਾ ਭਾਰਤ ਦੇਸ਼ ਹੈ ਨਾ, ਇਹਦੇ ਵਿੱਚ ਸਿੱਖ ਵੀ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ, ਮੁਸਲਿਮ ਵੀ ਰਹਿੰਦੇ ਨੇ, ਕ੍ਰਿਸਚਨ ਵੀ ਰਹਿੰਦੇ ਨੇ, ਹੋਰ ਵੀ ਕਈ ਤਰ੍ਹਾਂ ਦੇ ਧਰਮ ਰਹਿੰਦੇ ਨੇ, ਜਿਹੜੇ ਕਿ ਸਾਰੇ ਰਿਸਪੈਕਟਫੁਲ ਨੇ। ਤੁਸੀਂ ਹਿੰਦੂ ਰਾਸ਼ਟਰ ਨਹੀਂ ਕਹਿ ਸਕਦੇ ਇਸ ਨੂੰ। ਵਨ ਨੇਸ਼ਨ ਵਨ ਲੈਂਗੁਏਜ ਦਾ ਸਮਰਥਨ ਕਰਦੇ ਹੋ? ਵੇਖੋ, ਮੇਰੀ ਗੱਲ ਸੁਣੋ, ਵਨ ਨੇਸ਼ਨ ਇੰਡੀਆ ਇੱਕ ਨੇਸ਼ਨ ਹੈ, ਠੀਕ ਹੈ। ਮੈਨੂੰ ਨਹੀਂ ਪਤਾ ਕਿ ਜਿਹੜੀ ਹਿੰਦੀ ਲੈਂਗੁਏਜ ਹੈ ਉਹ ਰਾਸ਼ਟਰ ਭਾਸ਼ਾ ਹੈਗੀ ਹੈ ਕਿ ਨਹੀਂ ਹੈਗੀ, ਬਟ ਮੈਂ ਇੰਨੀ ਗੱਲ ਜ਼ਰੂਰ ਕਹੂੰਗੀ ਕਿ ਇੰਡੀਆ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਜਦੋਂ ਹਿੰਦੀ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਉਹ ਸਾਰੇ ਸਟੇਟਾਂ ਦੇ ਵਿੱਚ ਰਿਲੀਜ਼ ਹੁੰਦੀਆਂ ਨੇ, ਸਾਰੇ ਲੋਕੀ ਵੇਖਦੇ ਨੇ, ਆਲ ਓਵਰ ਬਾਲੀਵੁੱਡ ਨੂੰ ਸਪੋਰਟ ਕਰਦੇ ਨੇ ਸਾਰੇ ਜਾਣੇ, ਹਨਾ। ਪੰਜਾਬੀ ਫਿਲਮਾਂ ਸਿਰਫ ਪੰਜਾਬ 'ਚ ਰਿਲੀਜ਼ ਹੁੰਦੀਆਂ ਨੇ, ਤੇਲਗੂ ਫਿਲਮਾਂ ਤੇਲਗੂ ਉੱਥੇ ਰਿਲੀਜ਼ ਹੁੰਦੀਆਂ, ਜੇ ਇੱਥੇ ਰਿਲੀਜ਼ ਹੁੰਦੀਆਂ ਤੇ ਡੱਬ ਕਰਕੇ ਹੁੰਦੀਆਂ, ਕਿਉਂਕਿ ਆਪਾਂ ਨੂੰ ਉਹਨਾਂ ਦੀ ਲੈਂਗੁਏਜ ਸਮਝ ਨਹੀਂ ਲੱਗਦੀ। ਆਪਾਂ ਨੂੰ ਮੀਡੀਅਮ ਕੀ ਹੈ ਕਮਿਊਨੀਕੇਟ ਕਰਨ ਦਾ, ਹਿੰਦੀ ਹੈ ਤੇ ਇੰਗਲਿਸ਼ ਆ, 2 ਲੈਂਗੁਏਜ ਆ। ਹੁਣ ਆਪਣੇ ਪੰਜਾਬ 'ਚ ਸਾਰਿਆਂ ਨੂੰ ਇੰਗਲਿਸ਼ ਤੇ ਆਉਂਦੀ ਨਹੀਂ, ਠੀਕ ਹੈ। ਆਪਾਂ ਭਾਵੇਂ ਕਨਵੈਂਟ ਸਕੂਲ 'ਚ ਪੜ੍ਹੇ ਹੋਈਏ, ਬਟ ਆਪਾਂ ਯੂਜ਼ ਟੂ ਨਹੀਂ ਬੋਲਣ ਵਾਸਤੇ। ਪੰਜਾਬੀ ਤਾਂ ਆਇਲਸ ਵਾਲੇ ਪਾਸੇ ਵੀ ਬੜਾ ਰੁਝਾਨ ਵੱਧ ਰਿਹਾ। ਦੇਖੋ, ਮੇਰੀ ਗੱਲ ਸੁਣੋ, ਹੁਣ ਜੇ ਗੱਲਾਂ ਕਰਨ, ਇਹ ਸਾਰੀਆਂ ਗੱਲਾਂ ਕਰਨ ਕਿ ਪੰਜਾਬੀਅਤ ਦੀਆਂ, ਗੁਰੂ ਸਿੱਖੀ ਦੀਆਂ ਚੀਜ਼ਾਂ ਦੀਆਂ, ਫਿਰ ਤੇ ਬਹੁਤ ਸਾਰੀਆਂ ਗੱਲਾਂ ਨੇ। ਫਿਰ ਜਿਹੜੀ ਆ ਪਿੱਛੇ ਚਰਚ ਤੋੜਨ ਦੀ ਗੱਲ ਆਈ ਸੀਗੀ, ਉਦੋਂ ਵੀ ਮੈਂ ਗੱਲ ਕੀਤੀ ਸੀਗੀ ਕਿ ਤੁਸੀਂ ਕਿਸੇ ਦੇ ਧਰਮ ਦੇ ਜਾ ਕੇ ਤੁਸੀਂ ਜੀਸਸ ਕ੍ਰਾਈਸਟ ਨੂੰ ਤੋੜ ਰਹੇ ਹੋ, ਆਹ ਕਰ ਰਹੇ ਹੋ, ਉਹ ਕਰ ਰਹੇ ਹੋ। ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਮੈਂ ਵੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ, ਠੀਕ ਆ। ਮੈਂ ਗੁਰੂ ਸਾਹਿਬ ਨੂੰ ਮੰਨਦੀ ਹਾਂ, ਮੈਂ ਗੁਰੂ ਸਾਹਿਬ ਦੀਆਂ ਮੈਂ ਸਵੇਰੇ ਉੱਠ ਕੇ, ਮੈਂ ਨਹੀਂ ਦੱਸਣਾ ਚਾਹੁੰਦੀ ਸੀ ਕਿ ਮੈਂ ਸਵੇਰੇ ਉੱਠ ਕੇ ਮੇਰਾ ਦਿਨ ਪਾਠ ਤੋਂ ਸ਼ੁਰੂ ਹੁੰਦਾ ਆ, ਠੀਕ ਆ। ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਬਟ ਉਹ ਜਿਹੜੀ ਗੁਰਬਾਣੀ ਆ ਨਾ, ਮੈਂ ਪੜ੍ਹ ਕੇ ਨਹੀਂ ਛੱਡ ਦਿੰਦੀ ਵੀ ਮੈਂ ਰੱਟਾ ਮਾਰ ਕੇ ਕਰਕੇ ਛੱਡਤਾ। ਮੈਂ ਉਹਨੂੰ ਫੀਲ ਕਰਦੀ ਹਾਂ, ਤੇ ਅਮਲ ਜਿਹੜਾ ਉਹ ਤੇ ਅਮਲ ਕਰਦੀ ਹਾਂ ਇਸ ਚੀਜ਼ ਨੂੰ। ਮੈਂ ਜੇ ਚਾਹੁੰਦੀ ਤੇ ਮੈਂ ਅੰਮ੍ਰਿਤ ਛਕ ਸਕਦੀ ਸੀਗੀ, ਲੋਕਾਂ ਨੂੰ ਵਿਖਾਵਾ ਕਰਨ ਵਾਸਤੇ ਵੀ ਜੀ। ਮੈਂ ਆਪਣੇ ਆਪ ਨੂੰ ਕਾਬਲ ਹੀ ਨਹੀਂ ਸਮਝਦੀ, ਕਿਉਂਕਿ ਹਜੇ ਸੋਨੀਆ ਮਾਨ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਕ੍ਰੋਧ ਵੀ ਹੋ ਸਕਦਾ ਆ, ਕਿਸੇ ਚੀਜ਼ ਦਾ ਲਾਲਚ ਵੀ ਹੋ ਸਕਦਾ ਆ। ਹਜੇ ਮੈਂ ਉਹ ਇਨਸਾਨੀਅਤ ਜੂਨ ਦੀ, ਮੋਹ ਮਾਇਆ ਦੀ ਜੂਨ ਦੇ ਵਿੱਚੋਂ ਨਹੀਂ ਨਿਕਲੀ। ਜਿੱਦਣ ਮੈਂ ਨਿਕਲੂੰਗੀ, ਜਿੱਦਣ ਮੈਨੂੰ ਥੋੜਾ ਲੱਗੂਗਾ, ਉਦੋਂ ਮੈਂ ਅੰਮ੍ਰਿਤ ਛਕੂੰਗੀ, ਉਦੋਂ ਮੈਨੂੰ ਲੱਗੂਗਾ ਹਾਂ ਮੈਂ ਗੁਰੂ ਵੱਲ ਬਿਲਕੁਲ ਲੱਗ ਗਈ। ਯਾਨੀ ਕਿ ਆਸਥਾ ਜਿਹੜੀ ਆ ਉਹ ਸਿਆਸਤ ਜਾਂ ਕੋਈ ਹੋਰ ਵਿਸ਼ਾ ਨਹੀਂ ਹੋਣਾ ਚਾਹੀਦਾ। ਹਰ